ਉਮਰਾਂ ਦਾ ਲੰਮਾ ਪੈਂਡਾ ਹੱਸ ਕੇ ਮੁਕਾ ਲੈ ਰਾਵਾਂ ਦਿਆਂ ਕੰਢਿਆਂ ਨੂੰ ਸੀਨੇ ਨਾਲ ਲਾ ਲੈ ਉਮਰਾਂ ਦਾ ਲੰਮਾ ਪੈਂਡਾ ਹੱਸ ਕੇ ਮੁਕਾ ਲੈ। सत्य प्रकाश उप्पल जिन्हां दा जन्म 14 अगस्त 1953 च पिता श्री हरबंस लाल भूषण ते माता विद्यावंती दे घर मोगे च होया। स्वर्गीय पिता श्री हरबंस लाल भूषण टीचर सन ते उर्दू दे प्रसिद्ध कवि भी। उन्हां तो ही कविता गुड़ती च मिली। 1970 च हिंदी च रचनावां लिखनियां शुरू कीतियां। DM कॉलेज ऑफ एजुकेशन मोगा तो B.Ed करन तो बाद 3 साल आर्य स्कूल मोगा च पढ़ाया ते 1979 च बतौर क्लर्क बैंक ज्वाइन किया ते अगस्त 2013 च बतौर हैड कैशियर रिटायर होए। इन्हां दियां हुण तक हिंदी च 9 किताबां छप चुकियां ने, जिन्हां च 5 कविता संग्रह रथ बदलो, लहू का एक मौसम, आकाश घर नहीं है, इदम नमम, सुर्ख ईंटें, 3 पंजाबी तो हिंदी च अनुवाद कीतियां किताबां ते एक जीवनी शामिल है। सत्य प्रकाश उप्पल जी नूं अनेक मान सन्मान मिल चुके ने। साबका राष्ट्रपति शंकर दयाल शर्मा वालों हिंदी भाषा का राष्ट्रीय पुरस्कार, पंजाब यूनिवर्सिटी वालों कविता पुरस्कार शामिल है। श्री सत्य प्रकाश उप्पल एक बेहतरीन इंसान, लेखक, कवि ते समाज सेवक ने। आओ मिलते हैं सत्य प्रकाश उप्पल जी दे नाल। जद रुको तां नक्श बन के रुको, जद तुरो तां रोशनी बन के तुरो। जो जिंदगी च दूसरिਆਂ ਲਈ ਚਾਨਣ ਮੁਨਾਰਿਆਂ ਦਾ ਕੰਮ ਕਰਦੇ ਨੇ, ਜ਼ਿੰਦਗੀ ਦਾ ਹੱਥ ਫੜ ਕੇ ਤੁਰਦੇ ਨੇ, ਉਹਨਾਂ ਸ਼ਖਸੀਅਤਾਂ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਸਾਡੇ ਪ੍ਰੋਗਰਾਮ ਉਮਰਾਂ ਦੇ ਪੈਂਡੇ 'ਚ। ਤੇ ਅੱਜ ਇਹੋ ਜਿਹੇ ਇੱਕ ਇਨਸਾਨ ਸਾਡੇ ਨਾਲ ਨੇ। ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਤਿ ਪ੍ਰਕਾਸ਼ ਉੱਪਲ ਜੀ ਤੁਹਾਡਾ ਸਾਡੇ ਪ੍ਰੋਗਰਾਮ ਉਮਰਾਂ ਦੇ ਪੈਂਡੇ 'ਚ। ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣੇ ਪਿਛੋਕੜ ਬਾਰੇ ਦੱਸੋ। ਰੀਮਾ ਜੀ, ਮੈਂ ਬੇਸਿਕਲੀ ਮੋਗੇ ਦਾ ਜੰਮਪਲ ਹਾਂ ਜੀ। ਮੇਰੇ ਵੱਡੇ ਵਡੇਰੇ ਪਿੰਡ 'ਚ ਕਿਰਸਾਨੀ ਕਰਦੇ ਸੀ, ਹਿੰਮਤਪੁਰਾ ਸਾਡਾ ਪਿੰਡ ਸੀ। ਲੇਕਿਨ ਮੇਰੇ ਦਾਦਾ ਜੀ ਪਿੰਡ ਛੱਡ ਕੇ ਆ ਗਏ ਸੀ, ਉਹਨਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਸੀ ਅਤੇ ਉਹ ਕੁਛ ਪੜ੍ਹ ਕੇ ਇੱਥੇ ਰਾਏ ਬਹਾਦਰ ਡਾਕਟਰ ਮਸਾ ਦਾ ਸੁਭਾਅ ਨਾਲ ਉਹਨਾਂ ਨੇ ਸਿਵਲ ਹਸਪੀਟਲ ਮੋਗਾ ਦੇ ਵਿੱਚ ਕੰਮ ਕੀਤਾ। ਮੇਰੇ ਫਾਦਰ ਜਿਹੜੇ ਉਹ ਵੀ ਪੜ੍ਹਨ ਦਾ ਸ਼ੌਕ ਸੀ, ਉਹਨਾਂ ਨੂੰ ਵੀ ਪੜ੍ਹਨ ਲਿਖਣ ਦਾ ਸ਼ੌਕ ਸੀ ਔਰ ਖੁਦ ਉਹ ਇੱਕ ਬਹੁਤ ਹੀ ਆਈਡੀਅਲ ਟੀਚਰ ਹੈ। ਇਸ ਇਲਾਕੇ ਦੇ ਵਿੱਚ ਉਹਨਾਂ ਦਾ ਨਾਮ ਸੀ ਬਤੌਰ ਇੱਕ ਅੱਛੇ ਟੀਚਰ ਦੇ, ਅਤੇ ਉਹਨਾਂ ਦੀ ਨਿਗਰਾਨੀ ਦੇ ਵਿੱਚ, ਉਹਨਾਂ ਦੇ ਦੇਖ ਰੇਖ ਦੇ ਵਿੱਚ ਜੋ ਮੇਰੀ ਪਰਸਨੈਲਿਟੀ, ਮੇਰਾ ਵਿਅਕਤਿਤਵ ਪ੍ਰਵਾਨ ਚੜ੍ਹਿਆ ਅਤੇ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਨੂੰ ਲਿਖਣ ਦਾ, ਪੜ੍ਹਨ ਦਾ ਸ਼ੌਕ ਪੈਦਾ ਹੋਇਆ ਜੀ। ਔਰ ਉਸ ਵਿੱਚ ਮੇਰੇ ਫਾਦਰ ਚੂँਕਿ ਉਰਦੂ 'ਚ ਲਿਖਦੇ ਸੀ ਉਹਨਾਂ ਦਿਨਾਂ ਵਿੱਚ, ਅਤੇ ਉਰਦੂ ਜ਼ੁਬਾਨ ਦਾ ਅਤੇ ਹਿੰਦੀ ਜ਼ੁਬਾਨ ਦਾ ਥੋੜ੍ਹਾ ਜਿਹਾ ਆਪਸ ਦੇ ਵਿੱਚ ਬੜਾ ਰਾਬਤਾ ਹੈ, ਤਾਲਮੇਲ ਹੈ, ਅਤੇ ਉਹ ਪੜ੍ਹਾਉਂਦੇ ਹਿੰਦੀ ਸੀ। ਇਸ ਕਰਕੇ ਮੇਰੇ ਖੂਨ ਦੇ ਵਿੱਚ ਹਿੰਦੀ ਜ਼ਿਆਦਾ ਉਹਦਾ ਅਸਰ ਹੋਇਆ, ਹਿੰਦੀ ਤੋਂ ਮੈਂ ਜ਼ਿਆਦਾ ਮੁਤਾਸਰ ਹੋਇਆ ਜੀ। ਔਰ ਮੈਂ ਲਿਖਣਾ ਵੀ ਹਿੰਦੀ 'ਚ ਸ਼ੁਰੂ ਕੀਤਾ। ਜਦੋਂ ਮੈਂ ਸ਼ੁਰੂ ਕੀਤਾ, ਸਤਿ ਪ੍ਰਕਾਸ਼ ਜੀ, ਤੁਹਾਡੀ ਪੜ੍ਹਾਈ ਲਿਖਾਈ ਤੇ ਉਸ ਤੋਂ ਬਾਅਦ ਜੌਬ, ਕਿਉਂਕਿ ਇਹ ਜਿਹੜਾ ਸੰਘਰਸ਼ ਦਾ ਪੀਰੀਅਡ ਹੈ ਇਹ ਬੜਾ ਔਖਾ ਹੁੰਦਾ ਇੱਕ ਇਨਸਾਨ ਲਈ। ਕਵਿਤਾ ਲੇਖਣ ਦੇ ਨਾਲ ਨਾਲ ਇਹ ਵੀ ਬਹੁਤ ਜ਼ਰੂਰੀ ਹੈ, ਉਹਦੇ ਬਾਰੇ ਦੱਸੋ। ਮੇਰਾ ਸਕੂਲਿੰਗ ਜਿਹੜੀ ਹੈਗੀ ਆ ਉਹ ਮਥੁਰਾ ਦਾਸ ਸੀਨੀਅਰ ਸੈਕੰਡਰੀ ਸਕੂਲ ਮੋਗੇ ਦੀ ਹੈ ਜੀ। ਇੱਥੋਂ +2 ਕਰਨ 69 ਦੇ ਵਿੱਚ ਮੈਂ ਕੀਤੀ ਔਰ ਉਦੋਂ ਬਾਅਦ ਮੈਂ DM ਕਾਲਜ ਜੁਆਇਨ ਕੀਤਾ। DM ਕਾਲਜ ਦੀ ਮੇਰੀ ਗ੍ਰੈਜੂਏਸ਼ਨ ਹੈ ਔਰ ਡਬਲ ਗ੍ਰੈਜੂਏਸ਼ਨ B.Ed ਜਿਹੜੀ ਮੈਂ DM ਕਾਲਜ ਆਫ ਐਜੂਕੇਸ਼ਨ ਤੋਂ ਕੀਤੀ। ਔਰ ਮੇਰੀ ਫਸਟ ਅਪਾਇੰਟਮੈਂਟ ਜਿਹੜੀ ਹੈਗੀ ਆ ਉਹ ਸਟੇਟ ਬੈਂਕ ਆਫ ਇੰਡੀਆ ਮੇਨ ਬਾਜ਼ਾਰ ਮੋਗਾ ਦੀ 31 ਮਾਰਚ 1979 ਦੇ ਵਿੱਚ ਮੈਂ ਬੈਂਕ ਜੁਆਇਨ ਕੀਤਾ ਸੀ। ਔਰ ਮੈਂ ਕਿਉਂਕਿ ਟ੍ਰੇਡ ਯੂਨੀਅਨ ਦੇ ਵਿੱਚ ਵੀ ਮੇਰੀ ਐਕਟੀਵਿਟੀ ਸੀਗੀਆਂ, ਟ੍ਰੇਡ ਯੂਨੀਅਨ 'ਚ ਐਕਟਿਵ ਹੋਣ ਕਰਕੇ ਮੇਰੇ ਟ੍ਰਾਂਸਫਰ ਜਿਹੜੀਆਂ ਬਹੁਤੀਆਂ ਨਹੀਂ ਹੋਈਆਂ। ਵਿਦਨ ਕੇਡਰ ਪ੍ਰਮੋਸ਼ਨਸ ਜਿਹੜੀਆਂ ਸੀਗੀਆਂ ਉਹ ਮੈਂ ਤਕਰੀਬਨ ਸਾਰੀਆਂ ਐਕਸੈਪਟ ਕੀਤੀਆਂ। ਉਹਦੇ ਵਿੱਚ ਮੈਨੂੰ ਫਿਰ ਟ੍ਰਾਂਸਫਰ ਫੇਸ ਕਰਨੀਆਂ ਪਈਆਂ। ਲੁਧਿਆਣੇ ਮੈਂ ਕੁਛ ਦੇਰ ਰਿਹਾ, ਫਿਰ ਮੈਂ ਉਸ ਤੋਂ ਬਾਅਦ ਉੱਥੋਂ ਸ਼ਿਫਟ ਹੋ ਕੇ ਤਰੌਂਡੀ ਮੱਲੀਆਂ ਕੁਛ ਦੇਰ ਰਿਹਾ, ਪਿੰਡ ਸਾਡਾ ਇੱਥੇ ਨਜ਼ਦੀਕ ਹੀ ਹੈ। ਅਤੇ ਉਸ ਤੋਂ ਬਾਅਦ ਫਿਰ ਜਗਰਾਓਂ ਬ੍ਰਾਂਚ ਦੇ ਵਿੱਚ ਮੈਂ ਬਤੌਰ ਹੈਡ ਕੈਸ਼ੀਅਰ ਕੰਮ ਕੀਤਾ ਔਰ ਉੱਥੋਂ ਫਿਰ ਟ੍ਰਾਂਸਫਰ ਹੋ ਕੇ ਮੈਂ ਸਟੇਟ ਬੈਂਕ ਆਫ ਇੰਡੀਆ ADB ਬ੍ਰਾਂਚ ਆਇਆ, ਇੱਥੇ ਵੀ ਮੈਂ ਹੈਡ ਕੈਸ਼ੀਅਰ ਸੀ। ਇਸ ਤਰ੍ਹਾਂ ਮੇਰੀ ਬੈਂਕਿੰਗ ਦੀ ਜੌਬ ਔਰ ਮੇਰੇ ਸ਼ੌਕ
ਕਦੇ ਆਪਸ ਵਿੱਚ ਕੋਈ ਕਨਫਲਿਕਟ ਪੈਦਾ ਨਹੀਂ ਹੋਇਆ, ਕੋਈ ਝਗੜਾ ਨਹੀਂ ਹੋਇਆ। ਸਭ ਕੰਮ ਆਪਣੇ ਆਪ ਸਮੂਥਲੀ ਬੜੇ ਪਿਆਰ ਨਾਲ ਚੱਲਦੇ ਨੇ। ਯਾਨੀ ਕਿ ਮਤਲਬ ਕੰਮ ਦੇ ਨਾਲ ਨਾਲ ਲੇਖਨ ਵੀ ਚੱਲਦਾ ਰਿਹਾ। ਇਹਦੇ ਵਿੱਚ ਤੁਸੀਂ ਕੀ ਪੜਾਅ ਹਾਸਲ ਕੀਤੇ, ਕੀ ਲਿਖਿਆ, ਉਹਦੇ ਬਾਰੇ ਦੱਸੋ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਲਿਖਣ ਦਾ ਸ਼ੌਕ ਤਾਂ ਬਚਪਨ ਤੋਂ ਜਾਂ ਜਵਾਨੀ ਜਦੋਂ ਮੈਂ ਪੈਰ ਰੱਖਿਆ ਤੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ। ਕੁਦਰਤੀ ਗੱਲ ਹੈ ਕਿ ਆਪਣੇ ਕਾਲਜ ਲਾਈਫ ਦੇ ਵਿੱਚ ਹਰ ਬੰਦਾ ਬੜੀ ਇੰਸਪੀਰੇਸ਼ਨ ਔਰ ਬੜੇ ਜੋਸ਼ 'ਚ ਬੜਾ ਐਂਥੂਸੀਆਜ਼ਮ ਹੁੰਦਾ। ਜੋਸ਼ ਸਾਡੇ 'ਚ ਵੀ ਸੀਗਾ ਉਦੋਂ। ਔਰ ਉਹਨਾਂ ਦਿਨਾਂ 'ਚ ਮੈਂ ਯੂਨੀਵਰਸਿਟੀ ਦਾ, ਪੰਜਾਬ ਯੂਨੀਵਰਸਿਟੀ ਦਾ ਬੈਸਟ ਸਪੀਕਰ ਵੀ ਰਿਹਾ, ਹਾਈ ਰਿਕਮੈਂਡਡ ਪੋਇਟ ਯੂਥ ਫੈਸਟੀਵਲ ਦੇ ਵਿੱਚ। ਇੱਕ ਜਿਹੜੀ ਕ੍ਰੀਏਟਿਵ ਰਾਈਟਿੰਗ ਦੀ ਅਰਜ਼, ਜਿਹੜੀ ਸਿਰਜਣਾਤਮਕ ਲੇਖਣ ਜਿਹੜਾ ਹੈਗਾ, ਉਹਦੀ ਜਿਹੜੀ ਹੈਗੀ ਹੈ, ਇਹ ਸਟੇਜਾਂ 'ਤੇ ਬੋਲਦਿਆਂ ਮੇਰੇ ਅੰਦਰ ਇੱਕ ਪੈਦਾ ਹੋਈ। ਔਰ ਲਿਖਣਾ ਤਾਂ ਮੈਂ ਸ਼ੁਰੂ ਕਰਤਾ ਕਾਲਜ ਦੇ ਵਿੱਚ, ਲੇਕਿਨ ਮੇਰੀ ਕਿਤਾਬ ਜਿਹੜੀ ਹੈ ਸਭ ਤੋਂ ਪਹਿਲੀ ਜਿਹੜੀ ਹੈਗੀ ਆ ਉਹ 1990 ਵਿੱਚ ਆਈ, ਰਥ ਬਦਲੋ। ਕੋਸ਼ਿਸ਼ ਸੀ ਕਿ ਇਹ ਸੁਸਾਇਟੀ ਜਿਹੜੀ ਹੈ, ਸਮਾਜ ਦਾ ਰਥ ਜਿਹੜਾ ਹੈ ਜਿਸ ਤਰ੍ਹਾਂ ਚੱਲ ਰਿਹਾ, ਇਸ ਨੂੰ ਇਸ 'ਚ ਰਿਪੇਅਰ ਕੁਝ ਨਹੀਂ ਹੋ ਸਕਦੀ, ਇਸ ਨੂੰ ਟੋਟਲ ਚੇਂਜ ਕਰਨਾ ਪਏਗਾ। ਇਹ ਮੇਰੇ ਸੈਂਟੀਮੈਂਟ ਸੀਗੇ। ਉੱਪਲ ਜੀ, ਤੁਹਾਡੀ ਪਹਿਲੀ ਕਿਤਾਬ ਸੀ ਰਥ ਬਦਲੋ। ਉਸ ਤੋਂ ਬਾਅਦ ਤੁਸੀਂ ਕਿਹੜੀਆਂ ਰਚਨਾਵਾਂ ਲਿਖੀਆਂ? ਰੀਮਾ ਜੀ, ਰਥ ਬਦਲੋ ਤੋਂ ਬਾਅਦ ਮੈਂ ਜਿਹੜੀ ਕਿਤਾਬ ਲਿਖੀ ਉਹਦਾ ਨਾਮ ਸੀ ਲਹੂ ਕਾ ਇੱਕ ਮੌਸਮ। ਉਸ ਤੋਂ ਬਾਅਦ ਆਕਾਸ਼ ਘਰ ਨਹੀਂ ਹੈ, ਇਦਮ ਨਮਮ ਤੇ ਸੁਰਖੀ ਤੇ। ਲਹੂ ਕਾ ਇੱਕ ਮੌਸਮ ਜਦੋਂ ਟੈਰਰਿਜ਼ਮ ਦਾ ਦੌਰ ਸੀ, ਉਸ ਦੌਰਾਨ ਲਿਖੀਆਂ ਮੇਰੀਆਂ ਨਜ਼ਮਾਂ ਸੀ। ਆਕਾਸ਼ ਘਰ ਨਹੀਂ ਹੈ ਵਿੱਚ ਸਮਾਜਿਕ ਸਮੱਸਿਆਵਾਂ ਵੀ ਔਰ ਪ੍ਰਕਿਰਤੀ ਦੇ ਉੱਤੇ ਵੀ ਮੇਰੀ ਸ਼ਾਇਰੀ ਜਿਹੜੀ ਹੋਈ। ਲੇਕਿਨ ਇਦਮ ਨਮਮ ਦੇ ਵਿੱਚ ਮੈਂ ਕੁਝ ਵੇਦ ਮੰਤਰਾਂ ਦਾ ਅਨੁਵਾਦ ਕੀਤਾ, ਕਾਵਿ ਅਨੁਵਾਦ ਕੀਤਾ ਔਰ ਕੁਝ ਦੋਹੇ ਉਹਦੇ ਵਿੱਚ ਸੰਗ੍ਰਹਿਤ ਕੀਤੇ। ਲੇਕਿਨ ਜਿਹੜੀ ਲੇਟੈਸਟ ਜਿਹੜੀ ਰੀਸੈਂਟਲੀ ਮੇਰੀ ਕਿਤਾਬ ਛਪ ਕੇ ਆਈ ਹੈ ਉਹ ਸੁਰਖ ਈਂਟੇ, ਉਹ ਸਿਰਫ ਗਜ਼ਲਾਂ ਦੇ ਉੱਤੇ ਹੈ। ਇਸ ਤੋਂ ਇਲਾਵਾ ਮੈਂ ਕੁਝ ਅਨੁਵਾਦ ਕੀਤੇ ਹੈ, ਜਿਵੇਂ ਸਰਦਾਰ ਬਲਦੇਵ ਸਿੰਘ ਸੜਕਨਾਮਾ, ਉਹਨਾਂ ਦੀਆਂ ਕੁਝ ਕਹਾਣੀਆਂ ਸੀ, ਉਹਨਾਂ ਦਾ ਸੰਗ੍ਰਹਿ ਮੈਂ ਪ੍ਰਕਾਸ਼ਿਤ ਕਰਵਾਇਆ। ਪਲੇਟਫਾਰਮ ਨੰਬਰ 11। ਸਾਡੇ ਟੀਚਰ ਸ਼੍ਰੀ KL ਗਰਗ ਪੰਜਾਬੀ ਦੇ ਵਿੱਚ ਕਹਾਣੀਆਂ ਲਿਖਦੇ ਸੀ, ਉਹਨਾਂ ਦੀ ਕਿਤਾਬ ਵੀ ਟੂਟਤੇ ਹੋਏ ਸੰਸਕਾਰ ਹਿੰਦੀ ਦੇ ਵਿੱਚ ਮੈਂ ਦਿੱਤੀ। ਮੇਰੇ ਫਾਦਰ ਉਰਦੂ ਦੇ ਪੋਇਟ ਸੀ ਤੇ ਉਹਨਾਂ ਨੇ ਜੋ ਲਿਖਿਆ ਸੀ ਉਹਨੂੰ ਵੀ ਮੈਂ ਇਕੱਠਾ ਕੀਤਾ, ਉਹਨਾਂ ਦੀ ਡੈਥ ਤੋਂ ਬਾਅਦ ਇਕੱਠਾ ਕੀਤਾ ਔਰ ਉਸ ਨੂੰ ਦੇਵਨਾਗਰੀ ਦੇ ਵਿੱਚ ਛਪਵਾਇਆ, ਕੱਲ ਕੀ ਬਾਤ। ਇਸ ਤਰ੍ਹਾਂ ਮੈਂ ਥੋੜ੍ਹਾ ਬਹੁਤ ਆਪਣੀ ਮਾਂ ਬੋਲੀ ਵਾਸਤੇ ਕੰਟਰੀਬਿਊਟ ਕੀਤਾ। ਸਤਿ ਪ੍ਰਕਾਸ਼ ਜੀ, ਸਾਨੂੰ ਆਪਣੇ ਬਾਰੇ ਦੱਸੋ ਕਿ ਕਿਹੜੇ ਅਵਾਰਡ ਤੁਹਾਡੇ ਹਿੱਸੇ ਆਏ? ਸਭ ਤੋਂ ਜਿਹੜਾ ਮੈਨੂੰ ਯਾਦਗਾਰ ਮੇਰੀ ਵਾਸਤੇ ਸੀ ਉਹ ਸੀ ਉਪ ਰਾਸ਼ਟਰਪਤੀ BD ਜੱਤੀ ਦੇ ਹੱਥੋਂ ਸਨਮਾਨਿਤ ਹੋਣਾ ਉਹਨਾਂ ਦਿਨਾਂ ਵਿੱਚ, ਤੇ ਉਹ ਪੰਜਾਬ ਯੂਨੀਵਰਸਿਟੀ ਦੀ ਕਨਵੋਕੇਸ਼ਨ ਦੇ ਵਿੱਚ ਮੈਨੂੰ ਉਹ ਨਾਮ ਮਿਲਿਆ ਸੀ। ਤੇ ਉਸ ਦੇ ਨਾਲ ਫਿਰ ਮੇਰੇ ਅਵਾਰਡਸ ਦਾ ਇੱਕ ਸਿਲਸਿਲਾ ਸ਼ੁਰੂ ਹੋ ਗਿਆ। ਜਿਸ ਤਰ੍ਹਾਂ ਸਮਾਜ ਦੇ ਵਿੱਚ ਸਨਮਾਨਿਤ ਹੋਇਆ, ਮੈਂ ਥਾਂ ਦੇ ਉੱਤੇ ਲੋਕਾਂ ਨੇ, ਸੁਸਾਇਟੀ ਨੇ ਸਨਮਾਨਿਤ ਕੀਤਾ। ਉਸ ਦੇ ਨਾਲ ਹੀ ਨਾਲ ਮੈਨੂੰ ਸਾਡੇ ਰਾਸ਼ਟਰਪਤੀ ਡਾਕਟਰ ਸ਼ੰਕਰ ਦਯਾਲ ਸ਼ਰਮਾ ਉਹਨਾਂ ਦੇ ਹੱਥੋਂ ਵੀ ਸਨਮਾਨਿਤ ਹੋਣ ਦਾ ਮੌਕਾ ਮਿਲਿਆ। ਨਾਨ ਹਿੰਦੀ ਸਪੀਕਿੰਗ ਏਰੀਆਜ਼ ਦੇ ਵਿੱਚ ਹਿੰਦੀ ਦਾ ਕਵਿਤਾ ਦਾ ਅਵਾਰਡ ਜਿਹੜਾ ਮੇਰੇ ਹਿੱਸੇ ਆਇਆ, ਉਹ ਮੇਰੀ ਕਿਤਾਬ ਸੀ ਲਹੂ ਕਾ ਇੱਕ ਮੌਸਮ। ਫਿਰ ਮੈਨੂੰ ਹਿੰਦੀ ਸੇ ਵੀ ਸਹਸਰਾਬਦੀ सम्मान ਪ੍ਰਾਪਤ ਹੋਇਆ। ਇਸ ਤਰ੍ਹਾਂ ਬਹੁਤ ਸਾਰੇ ਅਵਾਰਡਸ ਮੇਰੇ ਹਿੱਸੇ ਆਏ ਤੇ ਬਹੁਤ ਸਾਰਾ ਮਾਨ सम्मान ਲੋਕਾਂ ਨੇ ਦਿੱਤਾ, ਜਿਸ ਲਈ ਮੈਂ ਮਸ਼ਕੂਰ ਹਾਂ ਸਭ ਦਾ। ਸਮਾਜ ਦੇ ਲਈ ਸ਼੍ਰੀ ਸਤਿ ਪ੍ਰਕਾਸ਼ ਉੱਪਲ ਜੀ, ਪਰ ਜਦੋਂ ਸਿਰਫ ਤੇ ਸਿਰਫ ਸਤਿ ਪ੍ਰਕਾਸ਼ ਹੁੰਦੇ ਨੇ, ਯਾਨੀ ਕਿ ਉਹਨਾਂ ਦਾ ਘਰ ਪਰਿਵਾਰ, ਉਹਨਾਂ ਦੀ ਨਿੱਜੀ ਜ਼ਿੰਦਗੀ, ਉਹਨਾਂ ਬਾਰੇ ਜਾਣਾਂਗੇ। ਮੇਰੀ ਸ਼ਾਦੀ 12 ਫਰਵਰੀ 1978 ਨੂੰ ਹੋਈ ਸੀ। ਮੇਰੀ ਸ਼ਰੀਕ ਹਯਾਤ ਮੇਰੀ ਮਿਸਿਸ ਦਾ ਨਾਮ ਪ੍ਰੋਮਿਲਾ ਉੱਪਲ। ਮੇਰੀ ਮਿਸਿਸ ਮੈਨੂੰ ਮੇਰੇ ਹਰ ਪਲ ਮੇਰੇ ਨਾਲ ਸਹਿਯੋਗ ਕਰਦੀ ਹੈ। ਈਵਨ ਕਿ ਮੇਰੇ ਰਾਈਟਿੰਗ ਜਿਹੜੇ ਮੇਰਾ ਲਿਖਣਾ ਪੜ੍ਹਨ ਦਾ ਜਿਹੜਾ ਕੰਮ ਹੈਗਾ, ਉਹਦੇ ਵਿੱਚ ਵੀ ਮੈਨੂੰ ਉਹਦਾ ਬਹੁਤ ਹੀ ਸਹਿਯੋਗ ਮਿਲਦਾ। ਮੇਰੇ 2 ਬੇਟੇ ਹਨ। ਮੇਰੇ ਵੱਡੇ ਬੇਟੇ ਦਾ ਨਾਮ ਰੋਹਿਤਾਸ਼ ਉੱਪਲ ਹੈ ਔਰ ਉਹਦੀ ਮਿਸਿਸ ਮਾਲਤੀ ਉੱਪਲ, ਔਰ ਉਹਨਾਂ ਦੇ 2 ਬੱਚੇ, ਬੇਟੀ ਦਾ ਨਾਮ ਪ੍ਰੀਮਵਦਾ ਔਰ ਬੇਟੇ ਦਾ ਨਾਮ ਲਕਸ਼ ਉਹਨਾਂ ਨੇ ਰੱਖਿਆ। ਮੇਰੇ ਛੋਟੇ ਬੇਟੇ ਦਾ ਨਾਮ ਕਮਲੇਸ਼ਵਰ ਉੱਪਲ ਹੈ ਔਰ ਉਹਦੀ ਮਿਸਿਸ ਦਾ ਨਾਮ ਸ਼ਿਵਾਨੀ ਉੱਪਲ। ਉਹਨਾਂ ਨੂੰ ਵੀ ਪਰਮਾਤਮਾ ਨੇ ਇੱਕ ਬੇਟਾ ਬਖਸ਼ਿਆ, ਉਸ ਦਾ ਨਾਮ ਅਸੀਂ ਨਿਸਰਗ ਰੱਖਿਆ ਔਰ ਸਾਰੇ ਆਪਸ ਦੇ ਵਿੱਚ ਬੜੇ ਪਿਆਰ ਨਾਲ ਰਹਿੰਦੇ ਔਰ ਬੜੇ ਖੁਸ਼ ਹੈਗੇ ਅਸੀਂ। ਮੇਰੀ ਸ਼ਾਦੀ 1978 ਚ ਸਤ ਪ੍ਰਕਾਸ਼ ਉੱਪਲ ਜੀ ਨਾਲ ਹੋਈ। ਜਦੋਂ ਮੈਂ ਸਸੁਰਾਲ ਪਰਿਵਾਰ ਚ ਆਈ ਤਾਂ ਮੈਨੂੰ ਇਹ ਮਹਿਸੂਸ ਹੁੰਦਾ ਸੀ ਸਾਡਾ ਬਹੁਤ ਛੋਟਾ ਜਿਹਾ ਪਰਿਵਾਰ ਹੈ, ਵੀ ਦਿਲ ਨਹੀਂ ਲੱਗਣਾ। ਇਹ ਵੀ ਸੁਣਿਆ ਸੀ ਵੀ ਕਵੀਆਂ ਦਾ ਨਜ਼ਰੀਆ ਇਹ ਹੁੰਦਾ ਵੀ ਉਹ ਜ਼ਿਆਦਾ ਟਾਈਮ ਘਰ ਨਹੀਂ ਦੇ ਪਾਉਂਦੇ, ਪਰ ਇੱਥੋਂ ਆ ਕੇ ਮੈਨੂੰ ਇੰਨਾ ਨਹੀਂ ਮਹਿਸੂਸ ਹੋਇਆ। ਇਹਨਾਂ ਦੀ ਨੇਚਰ ਬਹੁਤ ਅੱਛੀ ਸੀ, ਪਰਿਵਾਰ 'ਚ ਵੀ ਟਾਈਮ ਦਿੰਦੇ ਸੀ, ਆਪਣੇ ਫਾਦਰ ਸਾਹਿਬ ਦੀ ਵੀ ਜ਼ਿੰਮੇਵਾਰੀ ਨਿਭਾਉਂਦੇ ਸੀ, ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸੀ। ਬੱਚਿਆਂ ਦਾ ਬਹੁਤ ਅੱਛੀ ਪਰਵਰਿਸ਼ ਕੀਤੀ, ਬੱਚਿਆਂ ਦੀ ਖੁਸ਼ੀ ਲਈ ਹਰੇਕ
ਕੰਮ ਕੀਤਾ, ਆਪਣੇ ਬੈਂਕ ਦੀ ਡਿਊਟੀ ਵੀ ਦਿੱਤੀ, ਲਿਟਰੇਰੀ ਪ੍ਰੋਗਰਾਮਾਂ 'ਚ ਵੀ, ਸਮਾਜ ਸੇਵਾ 'ਚ ਵੀ ਇਹਨਾਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿਆ। ਕਈ ਸਭਾ ਸੁਸਾਇਟੀਆਂ 'ਚ ਇਹਨਾਂ ਦਾ ਕਾਫੀ ਯੋਗਦਾਨ ਹੈ। ਪਰਮਾਤਮਾ ਕਰੇ ਕਿ ਇਹਨਾਂ ਨੂੰ ਸਿਹਤ ਮਿਲੇ, ਲੰਬੀ ਉਮਰ ਹੋਵੇ। ਪਾਪਾ ਬਾਰੇ ਦੱਸਣਾ ਚਾਹੂੰਗਾ ਕਿ ਪਾਪਾ ਦਾ ਸੁਭਾਅ ਦੇਖਣ 'ਚ ਬਹੁਤ ਗੰਭੀਰ ਲੱਗਦੇ ਆ, ਪਰ ਅੰਦਰੋਂ ਬਹੁਤ ਨਾਜ਼ੁਕ ਹੈ। ਪਰਿਵਾਰ ਨੂੰ ਪਾਪਾ ਦਾ ਬਹੁਤ ਪਿਆਰ, ਸਾਰਿਆਂ ਨਾਲ ਅਸੀਂ ਹੱਸੀ ਮਜ਼ਾਕ ਕਰਦੇ ਰਹਿੰਦੇ ਹਾਂ, ਇਕੱਠੇ ਘੁੰਮਣ ਜਾਂਦੇ ਹੈਗੇ ਆ। ਸਾਰੇ ਪਰਿਵਾਰ ਨੂੰ ਜੋੜ ਕੇ ਰੱਖਿਆ ਹੈ। ਸਾਨੂੰ ਉਹਨਾਂ 'ਤੇ ਬਹੁਤ ਮਾਣ ਹੈ। ਪਿਤਾ ਤੇ ਪੁੱਤਰ ਦਾ ਪਿਆਰ ਬੜਾ ਹੀ ਸੁਭਾਵਿਕ ਹੈ। ਇੱਕ ਨੈਚੁਰਲ ਜੀ ਚੀਜ਼ ਹੈ ਕਿ ਬੇਟਾ ਆਪਣੇ ਪਿਓ ਨੂੰ ਤੇ ਪਿਓ ਆਪਣੇ ਬੇਟੇ ਨੂੰ ਪਿਆਰ ਕਰਦਾ ਹੈ। ਪਰ ਮੇਰੇ ਪਾਪਾ ਨਾਲ ਰਿਸ਼ਤਾ ਬੜਾ ਹੀ ਪ੍ਰੇਮਪੂਰਵਕ ਰਿਸ਼ਤਾ ਹੈ। ਉਹਨਾਂ ਦੀਆਂ ਸਿੱਖਿਆਵਾਂ ਸਾਡੀ ਜ਼ਿੰਦਗੀ ਵਿੱਚ ਸਾਡੇ ਬਹੁਤ ਕੰਮ ਆ ਰਹੀਆਂ ਹਨ। ਅਸੀਂ ਅੱਗੇ ਵੀ ਉਹਨਾਂ ਦੇ ਮਾਰਗਦਰਸ਼ਨ ਨਾਲ, ਉਹਨਾਂ ਦੀਆਂ ਸਿੱਖਿਆਵਾਂ ਨਾਲ ਅੱਗੇ ਵਧਾਂਗੇ ਤੇ ਜ਼ਿੰਦਗੀ 'ਚ ਤਰੱਕੀ ਕਰਾਂਗੇ। ਲੰਬਾ ਸਮਾਂ ਸੰਘਰਸ਼ ਕੀਤਾ ਤੇ ਹੁਣ ਆਰਾਮ ਦਾ ਵੇਲਾ, ਯਾਨੀ ਕਿ ਰਿਟਾਇਰਮੈਂਟ। ਇਹ ਸਮਾਂ ਕਿਵੇਂ ਬਿਤਾ ਰਹੇ ਹੋ? ਜ਼ਿੰਦਗੀ ਦੀ ਇੰਨੇ ਲੰਬੇ ਸਫ਼ਰ ਤੋਂ ਬਾਅਦ ਰਿਟਾਇਰਮੈਂਟ, ਵੈਸੇ ਤਾਂ ਇਹ ਹੁੰਦਾ ਕਿ ਬੰਦਾ ਰਿਟਾਇਰਮੈਂਟ ਤੋਂ ਬਾਅਦ ਬੜਾ ਈਜ਼ੀ ਮੂਡ 'ਚ ਹੋ ਜਾਂਦਾ ਜੀ। ਮੈਂ ਕੁਝ ਇੱਥੋਂ ਦੀਆਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰਦਾ, ਸਮਾਜ ਸੇਵੀ ਸੰਸਥਾਵਾਂ ਨਾਲ ਦੇ ਵਿੱਚ ਮੇਰਾ ਆਉਣਾ ਜਾਣਾ ਬਣਿਆ। ਮੈਂ ਆਰੀਆ ਮਾਡਲ ਹਾਈ ਸਕੂਲ ਮੋਗਾ ਦੀ ਮੈਨੇਜਿੰਗ ਕਮੇਟੀ ਦਾ ਪ੍ਰੈਜ਼ੀਡੈਂਟ ਵੀ ਹਾਂ, ਆਰੀਆ ਸਮਾਜ ਦਾ ਪ੍ਰੈਜ਼ੀਡੈਂਟ ਵੀ ਹਾਂ। ਦੇਵੀਦਾਸ ਕੇਵਲ ਕ੍ਰਿਸ਼ਨ ਚੈਰੀਟੇਬਲ ਟਰਸਟ ਦੇ ਵਿੱਚ ਵੀ ਮੇਰੀਆਂ ਕੁਝ ਐਕਟੀਵਿਟੀਜ਼ ਹੈਗੀਆਂ। ਇਸ ਤਰ੍ਹਾਂ ਮੈਂ ਆਪਣੇ ਆਪ ਨੂੰ ਮਸਰੂਫ ਰੱਖਦਾ ਔਰ ਨਾਲ ਹੀ ਨਾਲ ਮੇਰਾ ਜਿਹੜਾ ਲਿਖਣ ਦਾ ਕੰਮ ਹੈ, ਸਿਰਜਣਾਤਮਕ ਲੇਖਣ ਜਿਹੜਾ ਉਸ ਨੂੰ ਵੀ ਮੈਂ ਬੰਦ ਨਹੀਂ ਕੀਤਾ, ਉਸ ਨੂੰ ਬਾਕਾਇਦਾ ਚਾਲੂ ਰੱਖਿਆ। ਤੇ ਮੈਂ ਸੰਤੁਸ਼ਟ ਹਾਂ ਆਪਣੀ ਰਿਟਾਇਰਡ ਲਾਈਫ ਤੋਂ ਕਿ ਮੈਨੂੰ ਜੋ ਕਰਨਾ ਚਾਹੀਦਾ ਮੈਂ ਉਹ ਕਰ ਰਿਹਾ। ਸਤਿ ਪ੍ਰਕਾਸ਼ ਜੀ, ਅਸੀਂ ਤੁਹਾਡੀਆਂ ਪਸੰਦੀਦਾ ਰਚਨਾਵਾਂ 'ਚੋਂ ਕੁਝ ਸੁਣਨਾ ਚਾਹਾਂਗੇ। हाँ, मैं कुछ शेर तनु सुनाना। मेरी आवाज़ को तू सांस देना और दिए हैं पंख तो परवाज देना। कभी कुर्बानियों का जिक्र हो तो मेरी माँ को सभी एजाज़ देना, मेरी माँ को सभी एजाज़ देना। और सुनना के दूसरी गज़ल दे कुछ शेर सुनाना तनु। पहाड़ों को सुहानी शाम देना, मुसाफिर थक चुका आराम देना। जहाँ पर मैं कदे हूँ रोशनी के, सुराही से हमें भी जाम देना, सुराही से हमें भी जाम देना। बहुत खूब, क्या बात। ਉੱਪਲ ਜੀ, ਸਾਨੂੰ ਆਪਣੇ ਸ਼ੌਕ ਦੱਸੋ, ਕੀ ਸ਼ੌਕ ਹੈ ਤੁਹਾਨੂੰ? ਰੀਮਾ ਜੀ, ਸ਼ੌਕ ਤਾਂ ਪੜ੍ਹਨ ਲਿਖਣ ਦਾ ਹੀ ਹੈ। ਉਸ ਦੇ ਨਾਲ ਨਾਲ ਮੈਨੂੰ ਅੱਛੀਆਂ ਗਜ਼ਲਾਂ ਸੁਣਨ ਦਾ ਸ਼ੌਕ ਹੈ। ਅੱਛੇ ਪ੍ਰੋਗਰਾਮਸ ਜਿਹੜੇ ਹੈਗੇ ਆ, ਕਲਚਰਲ ਪ੍ਰੋਗਰਾਮਸ ਜਿਹੜੇ ਆ ਉਹ ਦੇਖਣ ਦਾ ਸ਼ੌਕ ਹੈ। ਮੈਨੂੰ ਸ਼ੌਕ ਹੈ ਗਾਰਡਨਿੰਗ ਕਰਨ ਦਾ ਵੀ, ਮੈਂ ਆਪਣੇ ਹੱਥਾਂ ਨਾਲ ਵੀ ਕਰਦਾ ਔਰ ਬੜਾ ਮਨ ਖੁਸ਼ ਹੁੰਦਾ। ਘੁੰਮਣ ਫਿਰਨ ਦਾ ਸ਼ੌਕ ਹੈ, ਸੈਰ ਕਰ ਲਈਦੀ ਹੈ। ਬਸ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਬਿਜ਼ੀ ਰੱਖੀਦਾ ਔਰ ਮੈਂ ਵਿਹਲਾ ਨਹੀਂ ਰਹਿ ਸਕਦਾ। ਸਭ ਤੋਂ ਵੱਡਾ ਇਹ ਸ਼ੌਕ ਹੈ ਕਿ ਮੈਂ ਹਰ ਵਕਤ ਕਿਸੇ ਨਾ ਕਿਸੇ ਕੰਮ ਵਿੱਚ ਆਪਣੇ ਆਪ ਨੂੰ ਮਸਰੂਫ ਰੱਖਣਾ ਚਾਹੁੰਦਾ ਔਰ ਇਸ ਦੇ ਨਾਲ ਮੈਨੂੰ ਬੜਾ ਸਕੂਨ ਮਿਲਦਾ। ਸਤਿ ਪ੍ਰਕਾਸ਼ ਜੀ, ਤੁਸੀਂ ਆਰਥਿਕ, ਸਮਾਜਿਕ, ਰਾਜਨੀਤਿਕ ਹਰ ਪਹਿਲੂ ਤੇ ਲਿਖਿਆ, ਸਮਾਜ ਨੂੰ ਬੜੇ ਗਹਿਰੇ ਤਰੀਕੇ ਨਾਲ ਸਮਝਿਆ, ਤੇ ਤੁਸੀਂ ਹੁਣ ਅਜੋਕੇ ਸਮਾਜ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਸਮਝਦਾ ਸਮਾਜ ਦੇ ਵਿੱਚ ਸਭ ਲੋਕ ਜਿਹੜੇ ਸਾਡੇ ਮਿਲ ਕੇ ਸਮਾਜ ਬਣਦਾ ਔਰ ਆਪਣੇ ਆਪਣੇ ਕਾਰੋਬਾਰ, ਆਪਣੇ ਆਪਣੇ ਕੰਮ ਦੇ ਪ੍ਰਤੀ ਡੈਡੀਕੇਟਡ ਹੋਣਾ, ਡਿਵੋਸ਼ਨ ਔਰ ਡੈਡੀਕੇਸ਼ਨ ਜਿਹੜੀ ਹੈ ਪ੍ਰਤੀ ਹੋਣਾ, ਉਹੀ ਮੈਂ ਸਮਝਦਾ ਸਾਡੀ ਕੌਮੀਅਤ ਹੈ, ਉਹੀ ਸਾਡੀ ਰਾਸ਼ਟਰੀਅਤਾ ਹੈ, ਉਹੀ ਸਾਡੀ ਦੇਸ਼ ਭਗਤੀ ਹੈ, ਉਹੀ ਸਾਡਾ ਧਰਮ ਹੈ ਔਰ ਇਸ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ। ਇਹ ਮੇਰੀ ਮੈਸੇਜ ਹੈ, ਮੈਸੇਜ ਸਮਝ ਲਓ, ਮੇਰੀ ਐਡਵਾਈਸ ਸਮਝ ਲਓ, ਮੇਰੀ ਪ੍ਰਾਰਥਨਾ ਸਮਝ ਲਓ ਕਿ ਲੋਕ ਜਿਸ ਕੰਮ ਨੂੰ ਕਰਨ ਉਹਨੂੰ ਬੜੇ ਪਿਆਰ ਨਾਲ, ਤਨਮਇਤਾ ਨਾਲ, ਨਿਸ਼ਠਾ ਨਾਲ ਤੇ ਸ਼ਰਧਾ ਨਾਲ ਤੇ ਇਮਾਨਦਾਰੀ ਨਾਲ ਕਰਨ। ਜੇ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ 'ਚ ਰਹੂਗੀ, ਸੱਚਾਈ ਆਪਣੀ ਜ਼ਿੰਦਗੀ 'ਚ ਰਹੂਗੀ ਤਾਂ ਫਿਰ ਸਾਰੀਆਂ ਮੁਸ਼ਕਲਾਂ ਮੁਸੀਬਤਾਂ ਸਾਡੀਆਂ ਦੂਰ ਹੋ ਜਾਣਗੀਆਂ। ਇਹ ਮੇਰਾ ਆਪਣਾ ਸੋਚਣਾ ਔਰ ਇਸੇ ਨਜ਼ਰੀਏ ਨਾਲ ਮੈਂ ਆਪਣੇ ਆਪ ਨੂੰ ਮੈਂ ਸਮਾਜ ਦੇ ਵਿੱਚ ਵਿਚਰਦਾ ਔਰ ਕੰਮ ਕਰਦਾ। ਸਤਿ ਪ੍ਰਕਾਸ਼ ਜੀ, ਤੁਸੀਂ ਆਪਣੀ ਜ਼ਿੰਦਗੀ ਬਾਰੇ ਬੜੀ ਵੱਡਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਉਮੀਦ ਹੈ ਸਾਡੇ ਦਰਸ਼ਕ ਬਹੁਤ ਕੁਝ ਸਿੱਖਣਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।